ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੰਦੀਪ ਜੀ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਡਾਕਟਰ ਸਾਹਿਬ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਕਰਨੀ ਆ ਉਹ ਜੀ ਮੇਨ ਹੈਗੀ ਜੀ ਗੋਡਿਆਂ ਦਾ ਦਰਦ, ਜਿਹੜਾ ਜੋੜਾਂ ਦਾ ਦਰਦ ਜਿਹਨਾਂ ਨੂੰ ਆਪਾਂ ਕਹਿ ਦਿੰਦੇ, ਜਾਂ ਫਿਰ ਗੋਡਿਆਂ ਦਾ ਦਰਦ ਤੇ ਜੋੜਾਂ ਦਾ ਦਰਦ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਪਹਿਲਾਂ ਤਾਂ। ਜੀ ਸੰਦੀਪ ਜੀ, ਗੋਡਿਆਂ ਦੇ ਦਰਦ ਦੇ ਸਾਡੇ ਕੋਲ ਅੱਜ ਕੱਲ੍ਹ ਕਾਫੀ ਮਰੀਜ਼ ਆਉਂਦੇ ਨੇ, ਕਿਉਂਕਿ ਜਦੋਂ ਦਾ ਕੋਵਿਡ ਦਾ ਚੱਲਿਆ ਪ੍ਰਕੋਪ, ਉਹ ਤੋਂ ਬਾਅਦ ਬਹੁਤ ਸਾਰੇ ਮਰੀਜ਼ ਲਾਕਡਾਊਨ ਹੋ ਗਏ ਸੀ ਤੇ ਗੋਡਿਆਂ ਦੀ ਐਕਸਰਸਾਈਜ਼ ਵੀ ਹੋ ਨਹੀਂ ਸੀ ਪਾ ਰਹੀ। ਸੋ ਮੈਂ ਪਹਿਲਾਂ ਇਹ ਕਲੀਅਰ ਕਰ ਦਵਾਂ ਵੀ ਇਹ ਜਿਹੜਾ ਗੋਡਿਆਂ ਦਾ ਦਰਦ ਹੁੰਦਾ ਇਹਨੂੰ ਆਮ ਭਾਸ਼ਾ 'ਚ ਅਸੀਂ ਆਰਥਰਾਈਟਿਸ ਕਹਿ ਦਿੰਦੇ ਹਾਂ। ਆਰਥਰਾਈਟਿਸ ਸ਼ਬਦ ਦਾ ਜਿਹੜਾ ਟੈਕਨੀਕਲ ਅਰਥ ਹੈ ਉਹ ਤਾਂ ਇਹ ਹੁੰਦਾ ਕਿ ਜੋੜਾਂ ਦੇ ਅੰਦਰ ਜਿਹੜੀ ਸੋਜ ਹੋਣ ਕਰਕੇ ਜੇ ਦਰਦ ਹੋਵੇ ਤਾਂ ਅਸੀਂ ਉਹਨੂੰ ਆਰਥਰਾਈਟਿਸ ਕਹਿੰਦੇ ਹਾਂ। ਲੇਕਿਨ ਆਰਥਰਾਈਟਿਸ ਬਹੁਤ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਓਸਟੀਓ ਆਰਥਰਾਈਟਿਸ, ਰੋਮੇਟਾਇਡ ਆਰਥਰਾਈਟਿਸ, ਗਾਊਟੀ ਆਰਥਰਾਈਟਿਸ, ਬਹੁਤ ਸਾਰੇ ਆਰਥਰਾਈਟਿਸ ਦੀਆਂ ਟਾਈਪਸ ਹੁੰਦੀਆਂ ਨੇ। ਸੋ ਜਿਹੜਾ ਆਮ ਤੌਰ ਤੇ 50-60 ਸਾਲ ਦੀ ਉਮਰ ਤੋਂ ਬਾਅਦ ਗੋਡਿਆਂ 'ਚ ਦਰਦ ਦੇਖਣ ਨੂੰ ਮਿਲਦਾ ਹੈ, ਇਹਨੂੰ ਅਸੀਂ ਓਸਟੀਓ ਆਰਥਰਾਈਟਿਸ ਕਹਿੰਦੇ ਹਾਂ। ਇਹਦੇ 'ਚ ਹੁੰਦਾ ਕੀ ਹੈ ਕਿ ਜੋੜਾਂ ਦੇ ਵਿੱਚ ਜਾਂ ਗੋਡਿਆਂ ਦੇ ਵਿੱਚ ਇੱਕ ਸਾਈਨੋਵਿਅਲ ਫਲੂਇਡ ਹੁੰਦਾ ਜਿਹੜਾ ਗਰੀਸਿੰਗ ਦਾ ਕੰਮ ਕਰਦਾ, ਜਿਹੜਾ ਜੁਆਇੰਟਸ ਨੂੰ ਮੋਬਾਈਲ ਰੱਖਦਾ। ਜਦੋਂ ਉਮਰ ਵੱਧਦੀ ਹੈ ਤਾਂ ਉਹ ਗਰੀਸ ਜਾਂ ਜਿਹੜਾ ਫਲੂਇਡ ਬਣਨਾ ਘਟ ਜਾਂਦਾ, ਜਿਹਦੇ ਕਰਕੇ ਹੱਡੀਆਂ ਆਪਸ 'ਚ ਰਗੜਾ ਖਾਣ ਲੱਗ ਜਾਂਦੀਆਂ ਔਰ ਉੱਥੇ ਸੋਜ ਹੋ ਜਾਂਦੀ ਹੈ ਔਰ ਜੋੜਾਂ 'ਚ ਦਰਦ ਸ਼ੁਰੂ ਹੋ ਜਾਂਦਾ। ਸੋ ਜਦੋਂ ਵੀ ਸਾਡੇ ਕੋਲ 50-60 ਸਾਲ ਦੀ ਉਮਰ ਤੋਂ ਬਾਅਦ ਪੇਸ਼ੈਂਟਸ ਆ ਕੇ ਕੰਪਲੇਂਟ ਕਰਦੇ ਆ ਕਿ ਸਾਡੇ ਜੋੜਾਂ 'ਚ ਗੋਡਿਆਂ 'ਚ ਦਰਦ ਹੋ ਰਿਹਾ ਹੈ, ਤੇ ਜਦੋਂ ਬੈਠਦੇ ਉੱਠਦੇ ਆ ਕੜਕ ਕੜਕ ਦੀ ਆਵਾਜ਼ ਆਉਂਦੀ ਹੈ, ਜਾਂ ਜਦੋਂ ਪੌੜੀਆਂ ਚੜ੍ਹਦੇ ਆ, ਖਾਸ ਕਰਕੇ ਪੌੜੀਆਂ ਉਤਰਦੇ ਆ, ਉਦੋਂ ਬੜੀ ਤਕਲੀਫ ਹੁੰਦੀ ਹੈ, ਤਾਂ ਇੱਕਦਮ ਸਾਨੂੰ ਆਈਡੀਆ ਹੋ ਜਾਂਦਾ ਵੀ ਇਹ ਓਸਟੀਓਆਰਥਰਾਈਟਿਸ ਹੋ ਸਕਦਾ। ਔਰ ਉਹਦੀ ਕਨਫਰਮੇਸ਼ਨ ਜਿਹੜੀ ਹੁੰਦੀ ਹੈ ਬਿਮਾਰੀ ਦੀ, ਨਾਰਮਲੀ ਐਕਸਰੇ ਤੋਂ ਕਨਫਰਮੇਸ਼ਨ ਹੁੰਦੀ ਹੈ ਵੀ ਇਹ ਓਸਟੀਓਆਰਥਰਾਈਟਿਸ ਹੈ ਜਾਂ ਨਹੀਂ ਹੈ। ਸੋ ਜਦੋਂ ਓਸਟੀਓਆਰਥਰਾਈਟਿਸ ਹੋ ਜਾਵੇ ਤਾਂ ਅਸੀਂ ਆਮ ਤੌਰ ਤੇ ਜਿਹੜੇ ਅੰਦਰ ਫਲੂਇਡ ਬਣਾਉਣ ਦੀਆਂ ਦਵਾਈਆਂ ਰਿਕਮੈਂਡ ਕਰਦੇ ਹਾਂ। ਔਰ ਸਾਡੇ ਕੋਲ ਆਪਣੇ ਕਲੀਨਿਕ ਦੇ ਵਿੱਚ 2 ਤਰ੍ਹਾਂ ਦੇ ਕੈਪਸੂਲ ਨੇ, 5-6 ਮਹੀਨੇ ਖਾਣੇ ਪੈਂਦੇ ਨੇ ਔਰ ਪੇਸ਼ੈਂਟ 80-90% ਠੀਕ ਹੋ ਜਾਂਦੇ ਨੇ। ਬਹੁਤ ਸਾਰੇ ਮਰੀਜ਼ਾਂ ਨੂੰ ਇਹ ਹੁੰਦਾ ਕਿ ਹੁਣ ਗੋਡਿਆਂ 'ਚ ਦਰਦ ਸ਼ੁਰੂ ਹੋ ਗਿਆ ਤਾਂ ਹੁਣ ਤਾਂ ਆਪਰੇਸ਼ਨ ਕਰਾਉਣਾ ਪਏਗਾ, ਪਰ ਐਸੀ ਗੱਲ ਨਹੀਂ ਹੈ। ਜੇ ਪੇਸ਼ੈਂਟਸ ਐਕਸਰਸਾਈਜ਼ ਕਰਦੇ ਰਹਿਣ, ਪਲੱਸ ਜਿਹੜੀਆਂ ਫਲੂਇਡ ਨੂੰ ਰੀਜੂਵਿਨੇਟ ਕਰਨ ਦੀਆਂ ਦਵਾਈਆਂ ਨੇ, ਇਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਗੋਡਿਆਂ ਦਾ ਦਰਦ ਠੀਕ ਹੋ ਸਕਦਾ। ਔਰ ਮੈਂ ਇੱਥੇ ਇੱਕ ਜਾਣਕਾਰੀ ਦੇ ਦੇਵਾਂ ਵੀ ਜਿਹੜਾ ਓਸਟੀਓਆਰਥਰਾਈਟਿਸ ਜਿਹੜੀ ਬਿਮਾਰੀ ਹੈ, ਕਈ ਵਾਰ ਇਹ ਅਰਲੀ ਏਜ ਦੇ ਵਿੱਚ ਵੀ ਸ਼ੁਰੂ ਹੋ ਜਾਂਦੀ ਹੈ। ਜਿਵੇਂ 35-40 ਸਾਲ ਦੀ ਉਮਰ ਦੇ ਵਿੱਚ ਵੀ ਗੋਡਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਉਹ ਦਰਦ ਹੋਵੇ ਉੱਥੇ ਫਿਰ ਦੇਖਣਾ ਪੈਂਦਾ ਵੀ ਸਰੀਰ ਦੇ ਵਿੱਚ ਕੋਈ ਹੋਰ ਅੰਡਰਲਾਈਂਗ ਡਿਜ਼ੀਜ਼ ਤਾਂ ਨਹੀਂ। ਜਿਵੇਂ ਫੋਰ ਐਗਜ਼ਾਮਪਲ ਕਿਸੇ ਨੂੰ ਹਾਈਪੋਥਾਇਰਾਇਡਿਜ਼ਮ ਹੈ, ਯਾਨੀ ਉਹਨਾਂ ਦਾ ਥਾਇਰਾਇਡ ਗਲੈਂਡ ਅੰਡਰ ਐਕਟਿਵ ਹੈ, ਘੱਟ ਕੰਮ ਕਰ ਰਿਹਾ ਹੈ, ਤਾਂ ਉਹਨਾਂ ਦੇ ਉਹ ਮਰੀਜ਼ਾਂ ਦੇ ਵੀ ਅਰਲੀ ਏਜ ਦੇ ਵਿੱਚ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਉੱਥੇ ਫਿਰ ਪਹਿਲਾਂ ਥਾਇਰਾਇਡ ਗਲੈਂਡ ਨੂੰ ਠੀਕ ਕਰਨਾ ਪਊਗਾ, ਫਿਰ ਓਸਟੀਓਆਰਥਰਾਈਟਿਸ ਠੀਕ ਹੁੰਦਾ। ਇਸ ਤਰ੍ਹਾਂ ਹੀ ਕਈ ਵਾਰ ਕਈ ਪੇਸ਼ੈਂਟਸ ਦੇ ਬਲੱਡ ਦੇ ਵਿੱਚ ਯੂਰਿਕ ਐਸਿਡ ਲੈਵਲ ਵੱਧ ਜਾਂਦਾ ਹੈ। ਯੂਰਿਕ ਐਸਿਡ ਹੁੰਦਾ ਹੈ ਜਦੋਂ ਅਸੀਂ ਪ੍ਰੋਟੀਨ ਖਾਂਦੇ ਹਾਂ, ਪ੍ਰੋਟੀਨ ਜਦੋਂ ਸਾਡੀ ਬੋਡੀ ਦੇ ਵਿੱਚ ਜਾ ਕੇ ਬਰਨ ਹੁੰਦੇ ਨੇ, ਸਾਨੂੰ ਐਨਰਜੀ ਦਿੰਦੇ ਨੇ, ਲੇਕਿਨ ਜਦੋਂ ਉਹਦਾ ਜਿਹੜਾ ਐਂਡ ਪ੍ਰੋਡਕਟ ਹੁੰਦਾ, ਉਹਦੀ ਜਿਹੜੀ ਐਸ਼ ਹੁੰਦੀ ਹੈ, ਉਹਨੂੰ ਅਸੀਂ ਯੂਰਿਕ ਐਸਿਡ ਕਹਿੰਦੇ ਹਾਂ। ਇਹ ਯੂਰਿਕ ਐਸਿਡ ਨਾਰਮਲੀ ਕਿਡਨੀ ਫਿਲਟਰ ਕਰਦੀ ਰਹਿੰਦੀ ਹੈ, ਕਿਡਨੀ ਯੂਰਿਨ ਦੇ ਰਸਤੇ ਸਾਡੀ ਬੋਡੀ ਦੇ ਵਿੱਚੋਂ ਬਾਹਰ ਕੱਢਦੀ ਰਹਿੰਦੀ ਹੈ ਯੂਰਿਕ ਐਸਿਡ ਨੂੰ। ਲੇਕਿਨ ਜੇ ਯੂਰਿਕ ਐਸਿਡ ਬਾਹਰ ਨਾ ਨਿਕਲੇ, ਉਹਦੀ ਐਕਸਕ੍ਰੀਸ਼ਨ ਡਿਫੈਕਟਿਵ ਹੋ ਜਾਵੇ, ਉਹਦਾ ਲੈਵਲ ਬਲੱਡ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਜਦੋਂ ਇੱਕ ਲੈਵਲ ਤੋਂ ਉੱਪਰ ਚਲੇ ਜਾਂਦਾ ਤਾਂ ਉਹ ਜਿਹੜੇ ਯੂਰਿਕ ਐਸਿਡ ਦੇ ਕ੍ਰਿਸਟਲਸ ਹੁੰਦੇ ਨੇ ਉਹ ਜੋੜਾਂ 'ਚ ਜਾ ਕੇ ਡਿਪੋਜ਼ਿਟ ਕਰ ਜਾਂਦੇ ਨੇ ਔਰ ਉੱਥੇ ਸੋਜ ਔਰ ਦਰਦ ਪੈਦਾ ਕਰ ਦਿੰਦੇ ਨੇ। ਜੇ ਉਹ ਕਾਰਨ ਹੋਵੇ ਓਸਟੀਓਆਰਥਰਾਈਟਿਸ ਦਾ, ਫਿਰ ਉੱਥੇ ਅਸੀਂ ਪਹਿਲਾਂ ਯੂਰਿਕ ਐਸਿਡ ਨੂੰ ਠੀਕ ਕਰਦੇ ਹਾਂ ਔਰ ਪੇਸ਼ੈਂਟਸ ਨੂੰ ਆਮ ਤੌਰ ਤੇ ਰਿਕਮੈਂਡ ਕਰਦੇ ਹਾਂ ਵੀ ਉਹ ਜ਼ਿਆਦਾ ਪ੍ਰੋਟੀਨ, ਜ਼ਿਆਦਾ ਐਲਕੋਹਲ ਦਾ ਇਸਤੇਮਾਲ ਨਾ ਕਰਨ, ਜਿਹਦੇ ਕਰਕੇ ਉਹਨਾਂ ਦਾ ਯੂਰਿਕ ਐਸਿਡ ਲੈਵਲ ਵੱਧ ਰਿਹਾ। ਸੋ ਅਲੱਗ-ਅਲੱਗ ਤਰ੍ਹਾਂ ਦੇ ਜੋੜਾਂ ਦੇ ਦਰਦ ਹੁੰਦੇ ਨੇ, ਜੋ ਜਦੋਂ ਪੇਸ਼ੈਂਟਸ ਆਉਂਦੇ ਨੇ ਅਸੀਂ ਉਹਨਾਂ ਦੀ ਹਿਸਟਰੀ ਲੈ ਕੇ ਐਗਜ਼ਾਮਿਨ ਕਰਕੇ ਪਹਿਲਾਂ ਇਹ ਨਿਸ਼ਚਿਤ ਕਰਦੇ ਵੀ ਇਹ ਕਿਹੜੀ ਤਰ੍ਹਾਂ ਦਾ ਦਰਦ ਹੈ ਔਰ ਫਿਰ ਉਹਦਾ ਇਲਾਜ ਕੀਤਾ ਜਾਂਦਾ ਜੀ। ਔਰ ਡਾਕਟਰ ਸਾਹਿਬ ਇਸ ਤੋਂ ਇਲਾਵਾ ਜਿਹੜੇ ਜਿੱਦਾਂ ਤੁਸੀਂ ਕਿਹਾ ਵੀ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਲਈ, ਔਰ ਜਿਹੜੇ ਘਰੇਲੂ ਉਪਚਾਰ ਕੀ ਆ ਇਸ ਦੇ ਲਈ, ਇਸ ਤੋਂ ਜਿੱਦਾਂ ਤੁਸੀਂ ਕਹਿੰਦੇ ਵੀ ਆਪਣੇ ਘਰ ਦੇ ਵਿੱਚ, ਆਪਣੇ ਕਿਚਨ ਦੇ ਵਿੱਚ ਜਿਹੜੀਆਂ ਵਸਤਾਂ ਹੁੰਦੀਆਂ ਨੇ, ਉਹ ਕਿਹੜੀਆਂ ਜਿਹੜੇ ਇਨਗਰੀਡੀਅੰਟਸ ਨੇ ਉਹ ਆਪਾਂ ਲੈ ਕੇ ਤੇ ਉਸ ਤੋਂ ਜਿਹੜਾ ਆਪਾਂ
ਜਿਹੜੀ ਦਵਾਈ ਆ ਉਹ ਤਿਆਰ ਕਰ ਸਕਦੇ ਹਾਂ? ਸੋ ਘਰੇਲੂ ਉਪਚਾਰ ਜਿਹੜੇ ਸਾਡੇ ਸਰੋਤੇ ਜਾਣਨਾ ਚਾਹੁੰਦੇ ਨੇ। ਹਾਂਜੀ, ਦੇਖੋ ਜਿਹੜਾ ਜਿਵੇਂ ਆਪਾਂ ਯੂਰਿਕ ਐਸਿਡ ਦੀ ਗੱਲ ਕੀਤੀ ਹੈ, ਇਹਦੇ ਵਿੱਚ ਪਹਿਲਾਂ ਤਾਂ ਪਰਹੇਜ਼ ਬੜਾ ਜ਼ਰੂਰੀ ਹੈ ਜੀ। ਕਿਉਂਕਿ ਜੇ ਬੰਦਾ ਪ੍ਰੋਟੀਨ ਜ਼ਿਆਦਾ ਲਊਗਾ, ਔਰ ਇਹਦਾ ਅਲਕੋਹਲ ਨਾਲ ਬੜਾ ਰਿਲੇਸ਼ਨ ਹੈ। ਸੋ ਖਾਸ ਕਰਕੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਪ੍ਰੋਟੀਨ ਡਾਈਟ ਬਹੁਤ ਲੈਂਦੇ ਨੇ। ਪ੍ਰੋਟੀਨ ਡਾਈਟ ਦਾ ਭਾਵ ਹੈ ਵੀ ਚਿਕਨ ਹੋ ਗਿਆ, ਮਟਨ ਹੋ ਗਿਆ, ਉਸ ਤੋਂ ਬਾਅਦ ਫਿਸ਼ ਹੋ ਗਈ, ਇਹ ਸਾਰਾ ਪ੍ਰੋਟੀਨ ਹੈ। ਫਿਰ ਵੈਜੀਟੇਰੀਅਨ ਦੇ ਵਿੱਚ ਪਨੀਰ ਹੋ ਗਿਆ, ਮਸ਼ਰੂਮ ਹੋ ਗਏ, ਜਾਂ ਜਿਹੜਾ ਸੋਇਆਬੀਨ ਦੀਆਂ ਜਿਹੜੀਆਂ ਫਲੀਆਂ ਹੈ ਉਹ ਹੋ ਗਿਆ। ਇਸ ਤੋਂ ਇਲਾਵਾ ਜਿੰਨੀਆਂ ਦਾਲਾਂ ਨੇ, ਜਿੰਨੇ ਨਟਸ ਨੇ, ਬਦਾਮ, ਕਾਜੂ, ਅਖਰੋਟ, ਇਹ ਸਾਰਾ ਕੁਝ ਪ੍ਰੋਟੀਨ ਹੈ। ਲੇਕਿਨ ਇਹ ਜੇ ਇਹਨਾਂ ਦਾ ਇਸਤੇਮਾਲ ਅਸੀਂ ਜ਼ਿਆਦਾ ਕਰਦੇ ਹਾਂ, ਪਲੱਸ ਨਾਲ ਜਿਹੜੇ ਯੰਗ ਲੋਕ ਨੇ 20 ਸਾਲ ਤੋਂ ਲੈ ਕੇ 40-45 ਸਾਲ ਦੀ ਉਮਰ ਦੇ, ਉਹ ਜੇ ਜ਼ਿਆਦਾ ਐਲਕੋਹਲ ਦਾ ਇਸਤੇਮਾਲ ਕਰਦੇ ਆ, ਫਿਰ ਇਹ ਯੂਰਿਕ ਐਸਿਡ ਦੀ ਪ੍ਰੋਬਲਮ ਬੜੀ ਆਸਾਨੀ ਨਾਲ ਬੋਡੀ 'ਚ ਹੋ ਜਾਂਦੀ ਹੈ। ਇਸ ਕਰਕੇ ਪਹਿਲਾਂ ਤਾਂ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਪਰਹੇਜ਼ ਬੜਾ ਜ਼ਰੂਰੀ ਹੈ। ਔਰ ਦੂਸਰਾ, ਮੈਂ ਇੱਕ ਘਰੇਲੂ ਚੀਜ਼ ਦੱਸਦਾ, ਜਿਨ੍ਹਾਂ ਨੂੰ ਅਕਸਰ ਇਹ ਦਰਦਾਂ ਰਹਿੰਦੀਆਂ ਹੋਣ, ਤੁਸੀਂ ਘਰ ਦੇ ਵਿੱਚ 2-3 ਚੀਜ਼ਾਂ ਇਸਤੇਮਾਲ ਕਰ ਸਕਦੇ ਹੋ। ਇੱਕ ਤਾਂ ਮੇਥੇ ਸਾਡੇ ਕਿਚਨ 'ਚ ਆਮ ਪਾਏ ਜਾਂਦੇ ਨੇ, ਮੇਥੇ ਜਿਹਨੂੰ ਅਸੀਂ ਫੈਨੋਗ੍ਰੀਕ ਸੀਡਸ ਕਹਿੰਦੇ ਆ। ਸੋ ਮੇਥੇ ਔਰ ਹਲਦੀ ਇਹਦਾ ਬਰਾਬਰ ਪਾਊਡਰ ਬਣਾ ਕੇ ਰੱਖ ਲਓ। ਅੱਧਾ ਚਮਚਾ ਸਵੇਰੇ, ਅੱਧਾ ਚਮਚ ਸ਼ਾਮ ਨੂੰ, ਯਾਨੀ 100 ਗ੍ਰਾਮ ਹਲਦੀ, 100 ਗ੍ਰਾਮ ਮੇਥਿਆਂ ਦਾ ਪਾਊਡਰ, ਅੱਧਾ ਚਮਚਾ ਸਵੇਰੇ ਸ਼ਾਮ ਪਾਣੀ 'ਚ ਘੋਲ ਕੇ ਲੈਣਾ। ਕਈ ਵਾਰ ਹਲਦੀ ਨੂੰ ਜੇ ਅਸੀਂ ਫੱਕਾ ਮਾਰਦੇ ਹਾਂ, ਉਹ ਗਲੇ ਨੂੰ ਲੱਗ ਜਾਂਦੀ ਹੈ। ਸੋ ਪਾਣੀ 'ਚ ਘੋਲ ਕੇ ਥੋੜੀ ਦੇਰ ਇਹਨੂੰ ਪਾਈ ਰੱਖੋ ਪਾਣੀ 'ਚ, ਉਹ ਤੋਂ ਬਾਅਦ ਪੀਓ, ਉੱਪਰੋਂ ਪਾਣੀ ਹੋਰ ਪੀ ਲਓ। ਸੋ ਮੇਥੇ ਔਰ ਹਲਦੀ ਦਾ ਪਾਊਡਰ ਜਿਹੜਾ ਹੈ ਉਹ ਕਾਫੀ ਹੈਲਪ ਕਰਦਾ ਹੈ। ਜੇ ਤੁਹਾਡੇ ਯੂਰਿਕ ਐਸਿਡ ਦੇ ਕਰਕੇ ਜਾਂ ਤੁਹਾਨੂੰ ਓਸਟੀਆਰਥਰਾਈਟਿਸ ਹੋ ਰਿਹਾ, ਉਹਦੇ ਕਰਕੇ ਦਰਦਾਂ ਹੋ ਰਹੀਆਂ ਜੀ। ਔਰ ਮੈਂ ਆਪਣੇ ਡਾਕਟਰ ਸਾਹਿਬ, ਮੈਂ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਪਣੇ ਪਾਸ 5-10 ਮਿੰਟ ਹੈ ਨੇ। 416-620-1778 ਸਟੂਡੀਓ ਦਾ ਨੰਬਰ। ਔਰ ਤੁਸੀਂ ਵੀ ਕੋਈ ਡਾਕਟਰ ਸਾਹਿਬ ਤੋਂ ਕੋਈ ਦੇਸੀ ਉਪਚਾਰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। 416-620-1778 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਡਾਕਟਰ ਹਰੀਸ਼ ਵਰਮਾ ਜੀ ਸਾਡੇ ਨਾਲ ਸੈੱਲਫੋਨ ਰਾਹੀਂ ਜੁੜੇ ਹੋਏ ਨੇ। ਔਰ ਤੁਸੀਂ ਵੀ ਕੋਈ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ 416-620-1778 ਤੇ ਤੁਸੀਂ ਪੁੱਛ ਸਕਦੇ ਹੋ ਜੀ। ਡਾਕਟਰ ਸਾਹਿਬ। ਹਾਂਜੀ, ਤੇ ਇੱਕ ਮੈਂ ਹੋਰ ਦੱਸਣਾ ਚਾਹੁੰਦਾ, ਜਿਹੜੇ ਯੂਰਿਕ ਐਸਿਡ ਦੇ ਖਾਸ ਕਰਕੇ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਦਾ ਜਾਂ ਜਿਨ੍ਹਾਂ ਦੇ ਪੈਰਾਂ ਦੇ ਅੰਗੂਠੇ 'ਚ ਦਰਦ ਹੋ ਰਿਹਾ, ਉਹਨਾਂ ਲਈ ਸੈਲਰੀ ਸੀਡਸ ਹੁੰਦੇ ਨੇ। ਸੈਲਰੀ ਜਿਹੜੀ ਅਸੀਂ ਸੈਲਡ ਦੇ ਵਿੱਚ ਲੈਂਦੇ ਹਾਂ, ਇਹਦੇ ਆਮ ਗਰੋਸਰੀ ਸ਼ਾਪਸ ਤੇ ਸੀਡਸ ਮਿਲ ਜਾਂਦੇ ਨੇ। ਉਹਦਾ ਪਾਊਡਰ ਬਣਾ ਕੇ ਵੀ ਲਿੱਤਾ ਜਾ ਸਕਦਾ, ਅੱਧਾ ਚਮਚਾ ਸਵੇਰੇ, ਅੱਧਾ ਚਮਚ ਸ਼ਾਮ ਨੂੰ। ਸੈਲਰੀ ਸੀਡ ਜਿਹੜੇ ਨੇ ਅਜਵਾਇਨ ਵਰਗੇ ਹੁੰਦੇ ਨੇ, ਇਹਨਾਂ ਦਾ ਪਾਊਡਰ ਬਣਾ ਕੇ ਲਿੱਤਾ ਜਾ ਸਕਦਾ। ਔਰ ਇੱਕ ਜੋੜਾਂ ਦੇ ਦਰਦ ਦੀ ਹੋਰ ਬਿਮਾਰੀ ਹੁੰਦੀ ਹੈ ਜਿਹਨੂੰ ਅਸੀਂ ਗਠੀਆ ਰੋਗ ਕਹਿੰਦੇ ਹਾਂ। ਗਠੀਆ ਰੋਗ ਉਹ ਹੁੰਦਾ ਹੈ ਜੀ, ਇਹਦਾ ਇੰਗਲਿਸ਼ ਦੇ ਵਿੱਚ ਨਾਮ ਹੈ ਰਿਊਮੇਟਾਇਡ ਆਰਥਰਾਈਟਿਸ। ਰੂਮੇਟਾਇਡ ਆਰਥਰਾਈਟਿਸ ਜਿਹੜਾ ਹੁੰਦਾ ਹੈ, ਇਹ ਆਮ ਤੌਰ ਤੇ ਹੱਥਾਂ ਦੀ ਉਂਗਲਾਂ ਤੋਂ ਸ਼ੁਰੂ ਹੁੰਦਾ ਹੈ। ਪੇਸ਼ੈਂਟ ਦੇ ਪਹਿਲਾਂ ਹੱਥਾਂ ਦੀਆਂ ਉਂਗਲਾਂ ਦੇ ਜਿਹੜੇ ਜੋੜ ਨੇ, ਉਹਨਾਂ 'ਚ ਸੋਜ ਔਰ ਦਰਦ ਸ਼ੁਰੂ ਹੋ ਜਾਂਦਾ ਹੈ। ਫਿਰ ਇਹ ਦਰਦ ਹੱਥਾਂ ਤੋਂ ਸ਼ੁਰੂ ਹੋ ਕੇ ਕਲਾਈ ਦੇ ਵਿੱਚ, ਕੂਹਣੀਆਂ 'ਚ, ਮੋਢਿਆਂ 'ਚ, ਸਾਰੀ ਬੋਡੀ 'ਚ ਫੈਲ ਜਾਂਦਾ ਹੈ। ਔਰ ਪੇਸ਼ੈਂਟਸ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਮਰੀਜ਼ ਕਹਿੰਦੇ ਅਸੀਂ ਸਵੇਰੇ ਉੱਠਦੇ ਹਾਂ, ਸਾਡੀ ਬੋਡੀ ਦੇ ਵਿੱਚ ਅਕੜਾਹਟ ਬਹੁਤ ਹੁੰਦੀ ਹੈ। ਸੋ ਜਿਨ੍ਹਾਂ ਨੂੰ ਗਠੀਏ, ਔਰ ਇਹਦਾ ਟੈਸਟ ਹੁੰਦੇ ਨੇ, ਮੈਡੀਕਲ ਟੈਸਟ ਹੁੰਦੇ ਨੇ, ਰੂਮੇਟਾਇਡ ਫੈਕਟਰ, ESR, CRP ਵਗੈਰਾ ਆਮ ਤੌਰ ਤੇ ਮੈਡੀਕਲ ਡਾਕਟਰ ਇਹ ਸਾਰੇ ਚੈੱਕਅਪ ਕਰਦੇ ਨੇ। ਸੋ ਜਿਨ੍ਹਾਂ ਦਾ ਗਠੀਆ ਜਿਨ੍ਹਾਂ ਨੂੰ ਹੈ ਜਾਂ ਰੂਮੇਟਾਇਡ ਆਰਥਰਾਈਟਿਸ ਰੋਗ ਹੈ, ਉਹਨਾਂ ਲਈ ਘਰੇਲੂ ਉਪਚਾਰ ਇਹ ਹੈ ਵੀ ਉਹ ਆਪਣੀ ਖੁਰਾਕ ਦੇ ਵਿੱਚ ਲਸਣ, ਅਦਰਕ ਔਰ ਹਲਦੀ, ਇਹ 3 ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਨ। ਲਸਣ, ਅਦਰਕ ਔਰ ਹਲਦੀ। ਸਬਜ਼ੀ ਦੇ ਵਿੱਚ, ਸਬਜ਼ੀ ਜਦੋਂ ਕੰਪਲੀਟ ਤਿਆਰ ਹੋ ਜਾਵੇ, ਉਹ ਤੋਂ ਬਾਅਦ ਲਸਣ ਨੂੰ ਕੱਟ ਕੇ ਸਬਜ਼ੀ ਦੇ ਵਿੱਚ ਪਾਣਾ ਹੈ। ਲਸਣ ਪਾ ਕੇ ਉਹਨੂੰ ਜ਼ਿਆਦਾ ਗਰਮ ਨਹੀਂ ਕਰਨਾ। ਸੋ ਲਸਣ, ਫਿਰ ਅਦਰਕ ਨੂੰ ਸਬਜ਼ੀ ਬਣਾਉਣ ਲੱਗੇ ਵੀ ਇਸਤੇਮਾਲ ਕਰ ਸਕਦੇ ਆ। ਅਦਰਕ ਕੱਚਾ ਵੀ ਖਾਧਾ ਜਾ ਸਕਦਾ ਹੈ। ਔਰ ਹਲਦੀ ਜਿਹੜੀ ਹੈ ਉਹ ਸਬਜ਼ੀ ਦੇ ਵਿੱਚ ਵੀ ਪਾ ਕੇ ਲਿੱਤੀ ਜਾ ਸਕਦੀ ਹੈ, ਔਰ ਹਲਦੀ ਨੂੰ ਦੁੱਧ ਦੇ ਵਿੱਚ ਪਾ ਕੇ ਲੈ ਸਕਦੇ ਜੀ। ਡਾਕਟਰ ਸਾਹਿਬ, ਇੱਕ ਸਾਡੇ ਨਾਲ ਕਾਲਰ ਨੇ, ਆਓ ਫਿਰ ਉਹਨਾਂ ਦਾ ਪੁੱਛਦੇ ਹਾਂ ਕੀ ਕਹਿੰਦੇ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਕਿ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਕਿ ਇੱਕ ਨੰਬਰ 7 ਹੁੰਦਾ ਯੂਰਿਕ ਐਸਿਡ ਦੇ ਵਿੱਚ, ਯੂਨਿਟ ਮੈਨੂੰ ਇਹ ਨਹੀਂ ਪਤਾ ਮਿਲੀਗ੍ਰਾਮ ਹੁੰਦਾ ਕਿ ਕੀ ਹੁੰਦਾ। ਇੱਕ ਤਾਂ ਉਹ ਦੱਸੋ ਵੀ ਉਹ ਕਿੰਨਾ ਕੁ ਜੀ, ਤੇ ਦੂਸਰਾ ਕਿ ਮੇਥੇ ਤੇ ਮੇਥੀ ਦੇ ਵਿੱਚ ਫਰਕ ਦੱਸਿਓ ਜੀ। ਯਾਨੀ ਕਿ ਵੀ ਉਹ ਇੱਕ ਮੇਥੇ ਹੁੰਦੇ ਆ ਸ਼ੌਪ ਤੇ ਪਏ, ਇੱਕ ਮੇਥੀ ਹੁੰਦੀ ਜਿਹੜੀ ਬਰੀਕ ਹੁੰਦੀ ਆ। ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਹਲਦੀ ਦੇ ਨਾਲ
ਉਹ ਲੈਣਾ ਜੀ, ਉਹ ਮੇਥੇ ਆ ਕਿ ਮੇਥੀ ਹੈ? ਕਿਉਂਕਿ ਸ਼ੂਗਰ ਦੇ ਵਿੱਚ ਕਹਿੰਦੇ ਆ ਵੀ ਉਹ ਮੇਥੇ ਦੀ ਬਜਾਏ ਮੇਥੀ ਆਣ ਕੇ ਇਸਤੇਮਾਲ ਕੀਤੀ ਜਾਂਦੀ ਹੈ। ਇਹਦੇ ਬਾਰੇ ਦੱਸੋ ਇੱਥੇ। ਜੀ ਠੀਕ ਜੀ, ਮੈਂ ਤੁਹਾਨੂੰ ਡਿਸਕਨੈਕਟ ਕਰ ਰਿਹਾ, ਤੁਸੀਂ ਸੁਣ ਲੈਣਾ ਜੀ। ਓਕੇ ਜੀ। ਜੀ ਡਾਕਟਰ ਸਾਹਿਬ ਜੀ, ਇਹਨਾਂ ਨੇ ਇੱਕ ਤਾਂ ਕਿਹਾ ਕਿ ਇਹਨਾਂ ਦਾ ਜਿਹੜਾ ਯੂਰਿਕ ਐਸਿਡ ਲੈਵਲ ਨੰਬਰ 7 ਤੱਕ ਹੈ। 7 ਉਹ ਕਾਫੀ ਮਤਲਬ ਹਾਈ ਸਾਈਡ ਤੇ ਹੈ, ਤੇ ਇਹ ਇੱਕ ਤਰ੍ਹਾਂ ਦਾ ਅਸੀਂ ਇਹ ਮੰਨਾਂਗੇ ਕਿ ਯੂਰਿਕ ਐਸਿਡ ਲੈਵਲ ਇਹਨਾਂ ਦਾ ਵਧਿਆ ਹੋਇਆ ਜੀ। ਵੈਸੇ ਤਾਂ 7 ਨੂੰ ਵਿਦਿਨ ਰੇਂਜ ਕਹਿੰਦੇ ਆ, ਪਰ ਕਲੀਨਿਕਲੀ ਅਸੀਂ ਦੇਖਿਆ ਵੀ ਜੇ 4.5 ਤੋਂ ਉੱਪਰ ਜੇ ਯੂਰਿਕ ਐਸਿਡ ਲੈਵਲ ਜਾਣਾ ਸ਼ੁਰੂ ਹੋ ਜਾਂਦਾ ਹੈ ਔਰ ਪੇਸ਼ੈਂਟਸ ਦੇ ਸਿੰਪਟਮ ਵੀ ਜੇ ਵਿੱਚ ਆ ਜਾਂਦੇ ਨੇ, ਤਾਂ ਅਸੀਂ ਇਹ ਮੰਨਦੇ ਕਿ ਪੇਸ਼ੈਂਟਸ ਦੇ ਜਿਹੜਾ ਲੈਵਲ ਆ ਉਹ ਵੱਧ ਰਿਹਾ ਅੱਗੇ ਅੱਗੇ ਜੀ। ਸੋ ਇਹਨੂੰ ਅਸੀਂ ਹਾਈ ਸਾਈਡ ਤੇ ਕਹਾਂਗੇ। ਸੋ ਇਹਨਾਂ ਨੂੰ ਪਰਹੇਜ਼ ਦੀ ਬੜੀ ਜ਼ਰੂਰਤ ਹੈ। ਆਪਣੀ ਡਾਈਟ ਦੇ ਵਿੱਚ ਜਿਹੜੇ ਪ੍ਰੋਟੀਨਸ ਨੇ ਉਹ ਬੰਦ ਕਰ ਲੈਣ, ਉਹਨੂੰ ਘਟਾ ਲੈਣ, ਕਾਫੀ ਸਾਰੇ ਪ੍ਰੋਟੀਨ ਘਟਾ ਲੈਣ। ਉਹਦੇ ਚ ਮੈਂ ਜਿਵੇਂ ਦੱਸਿਆ ਸੀ ਕਿ ਜਿਹੜੀ ਵੈਜੀਟੇਰੀਅਨ ਡਾਈਟ ਦੇ ਵਿੱਚ ਤਾਂ ਪਨੀਰ ਔਰ ਚਨੇ, ਜਿਹੜੀਆਂ ਨਟਸ, ਇਹ ਬੰਦ ਕਰ ਦੇਣ। ਔਰ ਜੇ ਨਾਨ ਵੈਜ ਹੈ ਤਾਂ ਉਹਦੇ ਚ ਮਟਨ, ਚਿਕਨ, ਖਾਸ ਕਰਕੇ ਰੈਡ ਮੀਟ ਤਾਂ ਬਿਲਕੁਲ ਬੰਦ ਕਰਨਾ ਜੀ। ਇਹਦੇ ਨਾਲ ਯੂਰਿਕ ਐਸਿਡ ਬਹੁਤ ਵੱਧਦਾ। ਸੋ ਇੱਕ ਤੇ ਬੰਦ, ਔਰ ਇੱਕ ਐਲਕੋਹਲ ਦਾ ਇਸਤੇਮਾਲ ਜਿਹੜਾ ਉਹ ਬੰਦ ਕਰ ਲੈਣ। ਸੋ ਇੱਕ ਤਾਂ ਉਹਦੇ ਨਾਲ ਯੂਰਿਕ ਐਸਿਡ ਲੈਵਲ ਘਟਣਾ ਸ਼ੁਰੂ ਹੋ ਜਾਏਗਾ। ਦੂਜਾ ਇਹਨਾਂ ਨੇ ਸਵਾਲ ਪੁੱਛਿਆ ਜਿਹੜਾ ਮੇਥੇ ਔਰ ਮੇਥੀ, ਸਾਨੂੰ ਇਹਦੇ ਲਈ ਮੇਥੇ ਚਾਹੀਦੇ ਨੇ, ਜਿਹੜੇ ਪੀਲੇ ਰੰਗ ਦੇ ਹੁੰਦੇ ਨੇ, ਮੋਟੇ ਜਿਹੜੇ ਦਾਣੇ ਹੁੰਦੇ ਨੇ, ਇਹਨੂੰ ਅਸੀਂ ਫੈਲੋਗ੍ਰੀਕ ਸੀਡਸ ਕਹਿੰਦੇ। ਇਹਦਾ ਰੋਲ ਜਿਹੜਾ ਹੈਗਾ ਉਹ ਯੂਰਿਕ ਐਸਿਡ ਦੇ ਮੈਟਾਬੋਲਿਜ਼ਮ ਨੂੰ ਠੀਕ ਕਰਨ ਲਈ ਬਹੁਤ ਅਸਰਦਾਰ ਪਾਇਆ ਗਿਆ ਜੀ। ਡਾਕਟਰ ਸਾਹਿਬ ਆਪਣੇ ਪਾਸ ਸਮਾਂ ਬਹੁਤ ਥੋੜਾ ਰਹਿ ਗਿਆ। ਇੱਕ ਹੋਰ ਜਿਹੜਾ ਸਵਾਲ ਆਇਆ ਸੀ ਕਿ ਕਈ ਵਾਰੀ ਹੱਥ ਪੈਰ ਜਿਹੜੇ ਉਹ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ, ਸੌਣੇ ਸ਼ੁਰੂ ਹੋ ਜਾਂਦੇ, ਉਹਦਾ ਤਾਂ ਕੀ ਇਲਾਜ ਹੋ ਸਕਦਾ? ਦੇਖੋ, ਹੱਥ ਪੈਰ ਜਿਹੜੇ ਸੁੰਨ ਹੁੰਦੇ ਨੇ, ਇਹਦੇ ਚ ਵੈਸੇ ਤਾਂ ਕਈ ਵਾਰ ਅਸੀਂ ਉਹਦਾ ਕੌਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜੇ ਜਨਰਲ ਆਪਾਂ ਇੱਕ ਮੋਟੇ ਤੌਰ ਤੇ ਦੇਖੀਏ, ਕਈ ਵਾਰ ਵਿਟਾਮਿਨ B12 ਦੀ ਘਾਟ ਹੁੰਦੀ ਹੈ, ਜਿਹਦੇ ਕਰਕੇ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਨੇ। ਸੋ ਵਿਟਾਮਿਨ B12 ਦੀਆਂ ਗੋਲੀਆਂ ਆਮ ਸਟੋਰਾਂ ਤੇ ਮਿਲਦੀਆਂ, ਇਹਦੀ ਕੋਈ ਪ੍ਰਿਸਕ੍ਰਿਪਸ਼ਨ ਦੀ ਲੋੜ ਨਹੀਂ ਹੁੰਦੀ। ਇੱਕ ਗੋਲੀ ਰੋਜ਼, ਛੋਟੀ ਜਿਹੀ ਗੋਲੀ ਹੁੰਦੀ ਹੈ, ਰੋਜ਼ ਇੱਕ ਲੈ ਲਿਆ ਕਰਨ। ਔਰ ਆਯੁਰਵੇਦ ਦੇ ਗ੍ਰੰਥਾਂ ਦੇ ਅਨੁਸਾਰ ਅਸ਼ਵਗੰਧਾ ਇੱਕ ਜੜੀ ਬੂਟੀ ਹੁੰਦੀ ਹੈ, ਆਮ ਸਟੋਰਾਂ ਤੇ, ਇੰਡੀਅਨ ਗਰੋਸਰੀ ਸ਼ਾਪਸ ਤੇ ਮਿਲਦੀ ਹੈ। ਇਹਦਾ ਪਾਊਡਰ ਬਣਾ ਕੇ ਅੱਧਾ ਚਮਚਾ ਰਾਤ ਨੂੰ ਸੌਣ ਲੱਗੇ ਅਸ਼ਵਗੰਧਾ ਦਾ ਦੁੱਧ ਨਾਲ ਲਿੱਤਾ ਜਾਵੇ, 1-2 ਮਹੀਨੇ ਲਾਓ, ਤਾਂ ਹੱਥ ਪੈਰ ਸੌਣੇ ਜਿਹੜੇ ਆ ਬੰਦ ਹੋ ਜਾਂਦੇ ਨੇ ਜੀ। ਡਾਕਟਰ ਸਾਹਿਬ ਇੱਕ ਹੋਰ ਸਵਾਲ ਆਇਆ ਕਿ ਕਈ ਵਾਰ ਜਿਹਦਾ ਬਲੱਡ ਜਿਹੜਾ ਕਹਿੰਦੇ ਨੇ, ਜਿਹਦਾ ਬਲੱਡ ਸੰਘਣਾ ਹੋ ਜਾਂਦਾ, ਖੂਨ ਸੰਘਣਾ ਹੋ ਜਾਂਦਾ ਜੀ, ਤੇ ਉਹਦੇ ਲਈ ਕੀ ਉਪਚਾਰ ਕੀਤਾ ਜਾਵੇ? ਦੇਖੋ, ਜਿਹੜਾ ਬਲੱਡ ਥਿਕ ਹੋ ਜਾਂਦਾ, ਇਹਦੇ ਚ ਹੁਣ 2 ਪੋਸੀਬਿਲਿਟੀਜ਼ ਹੈ। ਇੱਕ ਤਾਂ ਪਲੇਟਲੈਟ ਐਗਰੀਗੇਸ਼ਨ ਹੁੰਦੀ ਹੈ, ਵੀ ਖੂਨ ਗਾੜਾ ਹੋ ਰਿਹਾ, ਕਲੌਟ ਜ਼ਿਆਦਾ ਬਣ ਰਹੇ ਨੇ। ਦੂਜਾ ਹੁੰਦਾ ਕਈ ਵਾਰ ਕੋਲੇਸਟ੍ਰੋਲ ਜਿਹੜਾ ਹੈ ਉਹ ਜ਼ਿਆਦਾ ਬਣਨ ਲੱਗ ਜਾਂਦਾ। ਸੋ ਇਹਦੇ ਲਈ ਲਸਣ ਦਾ ਇਸਤੇਮਾਲ ਬਹੁਤ ਕਮਾਲ ਦਾ ਜੀ। ਲਸਣ ਕਲੌਟ ਨੂੰ ਵੀ ਠੀਕ ਕਰਦਾ ਹੈ, ਮਤਲਬ ਕਲੌਟ ਨਹੀਂ ਬਣਨ ਦਿੰਦਾ ਬਾਡੀ ਦੇ ਵਿੱਚ, ਬਲੱਡ ਦੇ ਵਿੱਚ। ਔਰ ਦੂਜਾ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਹੈ ਲਸਣ। ਲੇਕਿਨ ਕੱਚਾ ਲਸਣ ਖਾਣਾ ਹੁੰਦਾ ਹੈ, ਉਹਨੂੰ ਛਿਲ ਕੇ ਉਹਨੂੰ ਛੋਟਾ ਕੱਟ ਲਓ, ਛੋਟਾ ਕੱਟ ਕੇ ਉਹਨੂੰ ਇਸ ਤਰ੍ਹਾਂ ਨਿਗਾਰ ਲਓ ਜਿਵੇਂ ਗੋਲੀ ਨਿਗਾਰਦੇ ਆ, ਤਾਂ ਅੰਦਰ ਜਾ ਕੇ ਉਹਦਾ ਆਪਣੇ ਆਪ ਜੂਸ ਨਿਕਲਦਾ। ਲੇਕਿਨ ਜਿਹੜਾ ਲਸਣ ਨੂੰ ਆਪਾਂ ਤੜਕਾ ਲਾਉਂਦੇ ਆ, ਉਹਦੇ ਨਾਲ ਤੜਕੇ ਨਾਲ ਕਈ ਵਾਰ ਲਸਣ ਦੇ ਅੰਦਰ ਜਿਹੜੇ ਵੋਲੇਟਾਈਲ ਆਇਲ ਹੁੰਦੇ ਨੇ ਉਹ ਉੜ ਜਾਂਦੇ ਨੇ, ਉਹ ਫਿਰ ਉਹਦੀ ਮੈਡੀਸਨਲ ਵੈਲਿਊ ਘਟ ਜਾਂਦੀ ਹੈ ਜੀ। ਔਰ ਜਿਹੜਾ ਤੁਸੀਂ ਕਹਿ ਰਹੇ ਕਿ ਲਸਣ ਨੂੰ ਕੱਚੇ ਖਾਣਾ, ਪਰ ਇਸ ਦਾ ਟਾਈਮਿੰਗ ਕੀ ਆ? ਕਦੋਂ ਖਾ ਸਕਦੇ ਆ? ਸਵੇਰੇ, ਸ਼ਾਮ ਨੂੰ, ਰੋਟੀ ਤੋਂ ਪਹਿਲਾਂ ਜਾਂ ਬਾਅਦ? ਲਸਣ ਜੇ ਤਾਂ ਕਈ ਵਾਰ ਕੁਝ ਪੇਸ਼ੈਂਟ ਨੂੰ ਜਲਨ ਦੀ, ਪੇਟ ਦੇ ਵਿੱਚ ਜਲਨ ਦੀ ਸ਼ਿਕਾਇਤ ਹੁੰਦੀ ਹੈ। ਜੇ ਉਹਨਾਂ ਨੂੰ ਜਲਨ ਹੋਵੇ ਤਾਂ ਉਹਨਾਂ ਨੂੰ ਲਸਣ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਹੈ। ਇਹਦੀ ਇੱਕ ਕਲੋਬ ਲੈ ਕੇ, ਇੱਕ ਤੁਰਰੀ ਲੈ ਕੇ ਉਹਨੂੰ ਛੋਟਾ ਕੱਟ ਲਓ, ਛਿਲ ਕੇ ਫਿਰ ਉਹਨੂੰ ਕੱਟ ਲਓ। ਉਹ ਤੋਂ ਬਾਅਦ ਜੇ ਜਲਨ ਹੁੰਦੀ ਹੈ, ਫਿਰ ਉਹ ਪੇਸ਼ੈਂਟਸ ਨੂੰ ਨਿੰਬੂ ਪਾਣੀ ਦੇ ਨਾਲ ਲਸਣ ਲੈਣਾ ਚਾਹੀਦਾ, ਫਿਰ ਇਹ ਜਲਨ ਨਹੀਂ ਕਰਦਾ। ਨਹੀਂ, ਕਈ ਵਾਰ ਅੰਦਰ ਗਰਮੀ ਜੀ ਮਹਿਸੂਸ ਹੁੰਦੀ ਹੈ ਪੇਸ਼ੈਂਟਸ ਨੂੰ, ਜੇ ਉਹ ਨਿੰਬੂ ਪਾਣੀ ਨਾਲ ਲੈਂਦੇ ਆ ਫਿਰ ਜਲਨ ਜਾਂ ਗਰਮੀ ਮਹਿਸੂਸ ਨਹੀਂ ਹੁੰਦੀ ਜੀ। ਡਾਕਟਰ ਸਾਹਿਬ, ਔਰ ਆਪਣਾ ਇੱਕ ਵਾਰੀ ਨੰਬਰ ਜ਼ਰੂਰ ਸਾਂਝਾ ਕਰ ਦਿਓ। ਹਾਂਜੀ, ਮੇਰਾ ਨੰਬਰ ਹੈ 416 804 1500। ਮੇਰਾ ਬੋਵੇਟ ਦੇ ਉੱਤੇ ਕਲੀਨਿਕ ਹੈ 2250 ਬੋਵੇਟ ਡਰਾਈਵ ਈਸਟ, ਔਰ ਯੂਨਿਟ 601। ਅਸੀਂ ਅੱਜ ਕੱਲ੍ਹ ਅਪੁਆਇੰਟਮੈਂਟ ਨਾਲ ਪੇਸ਼ੈਂਟ ਦੇਖਦੇ ਹਾਂ। ਅਪੁਆਇੰਟਮੈਂਟ ਬੁੱਕ ਕਰਨ ਲਈ ਇੱਕ ਨੰਬਰ ਹੋਰ ਹੈ 647 276 1111। ਇਹਦੇ ਉੱਤੇ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਲਓ। ਮੰਡੇ ਟੂ ਸੈਟਰਡੇ ਮੈਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਲੀਨਿਕ ਦੇ ਵਿੱਚ ਹੁੰਦਾ, ਲੇਕਿਨ ਅਪੁਆਇੰਟਮੈਂਟ ਨਾਲ ਪੇਸ਼ੈਂਟ ਦੇਖਦੇ ਜੀ। ਧੰਨਵਾਦ ਡਾਕਟਰ ਸਾਹਿਬ।
ਥੈਂਕ ਯੂ ਜੀ। ਔਰ ਡਾਕਟਰ ਹਰੀਸ਼ ਵਰਮਾ ਜੀ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸਾਂ। ਫਿਰ ਵੀਰਵਾਰ ਵਾਲੇ ਦਿਨ ਵੀ ਇਹਨਾਂ ਦੇ ਪ੍ਰੋਗਰਾਮ ਹੁੰਦਾ ਹੈ, ਸੋ ਵੀਰਵਾਰ ਵਾਲੇ ਦਿਨ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। 416 804 1500 ਡਾਕਟਰ ਹਰੀਸ਼ ਵਰਮਾ ਜੀ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ।